प्यारे विद्यार्थियों, मेरे वालों सारिਆਂ ਨੂੰ प्यार भरी सत श्री अकाल। विद्यार्थियों, मैं तुहाडा पंजाबी अध्यापक कुलविंदर सिंह, सरकारी सीनियर सैकेंडरी स्कूल ਚੱਕ ਗਿਲਜੇਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, पंजाब। विद्यार्थियों, ਅੱਜ ਆਪਾਂ ਤੁਹਾਡੀ 12ਵੀਂ ਕਲਾਸ ਦੀ ਇਲੈਕਟਿਵ ਪੰਜਾਬੀ ਪੜ੍ਹਨ ਜਾ ਰਹੇ ਹਾਂ ਤੇ ਇਲੈਕਟਿਵ ਪੰਜਾਬੀ ਦੇ ਵਿੱਚੋਂ ਆਪਾਂ ਮੱਧਕਾਲੀਨ ਕਾਵਿ ਦੇ ਵਿੱਚੋਂ ਗੁਰਮਤਿ ਕਾਵਿ ਪੜ੍ਹਨ ਜਾ ਰਹੇ ਹਾਂ ਤੇ ਗੁਰਮਤਿ ਕਾਵਿ ਦੇ ਵਿੱਚ ਅੱਜ ਆਪਾਂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਪੜ੍ਹਾਂਗੇ। ਵਿਦਿਆਰਥੀਓ, ਤੁਸੀਂ ਗੁਰਮਤਿ ਕਾਵਿ ਦੇ ਵਿੱਚ ਪਹਿਲਾਂ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਉਹਨਾਂ ਬਾਰੇ ਪੜ੍ਹ ਚੁੱਕੇ ਹੋ। ਭਾਈ ਗੁਰਦਾਸ ਜੀ ਬਾਰੇ ਵੀ ਪੜ੍ਹ ਚੁੱਕੇ ਹੋ। ਸਾਰਿਆਂ ਨੇ ਅਧਿਆਤਮਵਾਦ ਦੀ ਗੱਲ ਕੀਤੀ, ਆਤਮਾ ਪਰਮਾਤਮਾ ਦੀ ਗੱਲ ਕੀਤੀ। ਉਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਨੇ ਵੀ ਸਾਨੂੰ ਆਪਣੇ ਸ਼ਬਦਾਂ ਦੇ ਵਿੱਚ ਨਵੀਂ ਸੇਧ ਦਿੱਤੀ। ਪਰ ਉਸ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਇੱਕ ਨਵਾਂ ਮੋੜ ਇਸ ਦੁਨਿਆਵੀ ਸਿਸਟਮ ਦੇ ਵਿੱਚ ਆਇਆ, ਸਿੱਖ ਧਰਮ ਦੇ ਵਿੱਚ ਆਇਆ, ਖਾਲਸਾ ਪੰਥ ਦੀ ਸਾਜਨਾ ਹੋਈ ਤਾਂ ਕੁਰਬਾਨੀ ਦੇ ਪੁੰਜ ਗੁਰੂ ਤੇਗ ਬਹਾਦਰ ਜੀ ਬਹੁਤ ਮਹਾਨ ਗੁਰੂ ਹੋਏ ਹੈ ਜਿਨ੍ਹਾਂ ਨੇ ਸਾਡਾ ਮਾਰਗਦਰਸ਼ਨ ਕੀਤਾ। ਪਿਆਰੇ ਵਿਦਿਆਰਥੀਓ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਸਮੀਕਰਨ ਉਹ ਬਦਲਣੇ ਸ਼ੁਰੂ ਹੋਏ। ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਧਾਰਨ ਕੀਤੀ। ਇੱਕ ਨਵਾਂ ਜਿਹੜਾ ਕਨਸੈਪਟ ਹੈ ਉਹ ਸਾਨੂੰ ਮਿਲਿਆ ਕਿ ਦੇਗ ਦੇ ਨਾਲ ਜਿਹੜੀ ਤੇਗ ਹੈ ਉਹਦੀ ਵੀ ਵਰਤੋਂ ਕਰਨੀ ਸਾਨੂੰ ਸਿਖਾਈ ਗਈ ਅਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਆ ਕੇ ਫਿਰ ਜਿਹੜੀ ਸ਼ਹੀਦੀ ਹੈ ਉਹ ਦੁਬਾਰਾ ਦੇਣੀ ਪਈ ਅਤੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇੱਕ ਬੜਾ ਵੱਡਾ ਮੋੜ ਸੀ। ਆਓ ਥੋੜ੍ਹੀ ਜਿਹੀ ਗੱਲ ਉਹਨਾਂ ਦੇ ਜੀਵਨ ਬਾਰੇ ਕਰਕੇ ਆਪਾਂ ਗੁਰੂ ਤੇਗ ਬਹਾਦਰ ਜੀ ਦੇ ਦਿੱਤੇ ਹੋਏ ਜਿਹੜੇ ਸ਼ਬਦ ਆ ਤੁਹਾਡੇ ਸਿਲੇਬਸ ਦੇ ਵਿੱਚ ਉਹਨਾਂ ਨੂੰ ਆਪਾਂ ਪੜ੍ਹਾਂਗੇ। ਵਿਦਿਆਰਥੀਓ, ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਹੋਏ ਹੈ। ਆਪ ਨੇ ਮੁਗਲਾਂ ਵੱਲੋਂ ਕੀਤੇ ਜਾਂਦੇ ਜ਼ਬਰ, ਜ਼ੁਲਮ ਅਤੇ ਅਨਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਹਿੰਦੁਸਤਾਨੀ ਜਨਤਾ ਦੀ ਰੱਖਿਆ ਲਈ ਚਾਦਰ ਬਣ ਕੇ ਸਰਬ ਸਾਂਝੇ ਮਨੁੱਖੀ ਅਧਿਕਾਰਾਂ, ਲੋਕਮੁਖੀ ਕਾਰਜਾਂ ਅਤੇ ਸ਼ਖਸੀ ਆਜ਼ਾਦੀ ਲਈ ਲੜਾਈ ਲੜੀ। ਪਿਆਰੇ ਵਿਦਿਆਰਥੀਓ, ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਤੁਸੀਂ ਉਹ ਘਟਨਾ ਜ਼ਰੂਰ ਪੜ੍ਹੀ ਸੁਣੀ ਹੋਣੀ ਹੈ ਕਿ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਕਿ ਕਿਸੇ ਐਸੇ ਮਹਾਨ ਪੁਰਖ ਦੀ ਛਤਰ ਛਾਇਆ ਦੀ ਸਾਨੂੰ ਲੋੜ ਹੈ ਜੋ ਸਾਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾ ਸਕੇ ਅਤੇ ਸਾਡੇ ਧਰਮ ਦੀ ਰੱਖਿਆ ਕਰ ਸਕੇ। ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਵੀ ਕੋਲ ਬੈਠੇ ਸੀ। ਉਹਨਾਂ ਨੇ ਗੁਰੂ ਸਾਹਿਬ ਨੂੰ ਇਹ ਕਹਿ ਕੇ ਪ੍ਰੇਰਿਆ ਕਿ ਤੁਹਾਡੇ ਨਾਲੋਂ ਮਹਾਨ ਵਿਅਕਤੀ ਕੌਣ ਹੋ ਸਕਦਾ ਹੈ ਜੋ ਇਸ ਸਮੇਂ ਇਹਨਾਂ ਦੀ ਰੱਖਿਆ ਦੇ ਲਈ ਆਪਣੀ ਕੁਰਬਾਨੀ ਦੇ ਸਕੇ। ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਸ਼ਹੀਦੀ ਹੋਈ। ਇਸੇ ਕਰਕੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਆਪ ਦਾ ਜਨਮ 1621 ਈਸਵੀ ਨੂੰ ਪਿਤਾ ਗੁਰੂ ਹਰਗੋਬਿੰਦ ਜੀ, 6ਵੇਂ ਗੁਰੂ, ਆਪਾਂ ਉਹਨਾਂ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰਕੇ ਹਟੇ ਹਾਂ ਪਹਿਲਾਂ। 6ਵੇਂ ਗੁਰੂ, ਉਹਨਾਂ ਦੇ ਘਰ ਆਪ ਜੀ ਦਾ ਜਨਮ ਹੋਇਆ। ਆਪ ਦੇ ਮਾਤਾ ਨਾਨਕੀ ਜੀ ਆਪ ਨੇ ਗੁਰੂ ਘਰ ਦੇ ਸਤਿਕਾਰਯੋਗ ਬਾਬਾ ਬੁੱਢਾ ਜੀ ਤੋਂ ਹੀ ਮੁੱਢਲੀ ਅੱਖਰੀ ਸਿੱਖਿਆ, ਧਾਰਮਿਕ ਸਿੱਖਿਆ ਅਤੇ ਸ਼ਸਤਰ ਵਿੱਦਿਆ ਜਿਹੜੀ ਹੈ ਉਹ ਗ੍ਰਹਿਣ ਕੀਤੀ। ਬਚਪਨ ਤੋਂ ਹੀ ਆਪ ਦੀ ਲਗਨ ਗੁਰਬਾਣੀ ਵੱਲ ਸੀ, ਨਿਮਰਤਾ ਵੱਲ ਸੀ, ਸਹਿਜਤਾ ਵੱਲ ਸੀ ਅਤੇ ਉਹਨਾਂ ਦੀ ਜਿਹੜੀ ਲਿਵ ਹੈ ਉਹ ਸਰਵ ਵਿਆਪਕ ਪਰਮਾਤਮਾ ਨਾਲ ਲੱਗੀ ਰਹਿੰਦੀ ਸੀ। ਇਸੇ ਕਰਕੇ ਉਹਨਾਂ ਦੀ ਬਾਣੀ ਦੇ ਵਿਸ਼ੇ ਜਦੋਂ ਅਸੀਂ ਦੇਖਦੇ ਹਾਂ ਪਿਆਰੇ ਵਿਦਿਆਰਥੀਓ, ਤਾਂ ਸਾਨੂੰ ਉਹਨਾਂ ਵਿੱਚ ਸੰਸਾਰ ਦੀ ਨਾਸ਼ਮਾਨਤਾ, ਸੰਸਾਰਕ ਮਾਇਆ ਦਾ ਪਸਾਰਾ, ਪਰਮਾਤਮਾ ਨਾਲ ਮੇਲ ਮਿਲਾਪ ਆਪ ਦੀ ਰਚਨਾ ਦੇ ਪ੍ਰਮੁੱਖ ਵਿਸ਼ੇ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਜੇ ਅਸੀਂ ਉਹਨਾਂ ਦੀ ਬਾਣੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਬਾਣੀ ਦੇ 57 ਜਿਹੜੇ ਸ਼ਬਦ ਹੈ 13 ਰਾਗਾਂ ਵਿੱਚ ਤੇ 57 ਸ਼ਲੋਕ ਸਾਨੂੰ ਜਿਹੜੇ ਦਰਜ ਹੈ ਉਹ ਮਿਲਦੇ ਆ ਪਿਆਰੇ ਵਿਦਿਆਰਥੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਇੱਕ ਰਾਗ ਜੈ ਜਵੰਤੀ ਹੈ, ਜਿਸ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ। ਇਹ 31ਵਾਂ ਰਾਗ ਹੈ। ਤਾਂ ਪਿਆਰੇ ਵਿਦਿਆਰਥੀਓ, ਇਤਿਹਾਸਕ ਪੱਖ ਤੋਂ, ਧਾਰਮਿਕ ਪੱਖ ਤੋਂ, ਸਮਾਜਿਕ ਪੱਖ ਤੋਂ ਤੇ ਸਾਹਿਤਕ ਪੱਖ ਤੋਂ ਗੁਰੂ ਸਾਹਿਬ ਦਾ ਸਾਨੂੰ ਵੱਡਾ ਯੋਗਦਾਨ ਹੈ। ਉਹਨਾਂ ਦੀ ਇੱਕ ਵਡਮੁੱਲੀ ਦੇਣ ਹੈ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਦੇ ਨਾਲ ਜਿੱਥੇ ਸਾਡਾ ਜਿਹੜਾ ਸਾਹਿਤ ਹੈ ਉਹ ਅਮੀਰ ਹੋਇਆ, ਉੱਥੇ ਸਾਡੇ ਲੋਕਾਂ ਨੂੰ ਇੱਕ ਜੀਵਨ ਸੇਧ ਵੀ ਮਿਲੀ। ਆਓ ਹੁਣ ਆਪਾਂ ਤੁਹਾਡੇ ਸਿਲੇਬਸ ਦੇ ਵਿੱਚ ਦਿੱਤੇ ਗਏ ਉਹਨਾਂ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ ਤੇ ਨਾਲ ਨਾਲ ਆਪਾਂ ਇਹਨਾਂ ਦੇ ਅਰਥਾਂ ਨੂੰ ਵੀ ਕਰਾਂਗੇ। ਵਿਦਿਆਰਥੀਓ, ਗੁਰੂ ਤੇਗ ਬਹਾਦਰ ਜੀ ਦੇ 2 ਸ਼ਬਦ ਤੁਹਾਡੇ ਸਿਲੇਬਸ ਦੇ ਵਿੱਚ ਦਿੱਤੇ ਗਏ ਹੈ। ਪਹਿਲਾ ਸ਼ਬਦ ਸਾਡੇ ਕੋਲ ਹੈ ਸਾਧੋ ਮਨ ਕਾ ਮਾਨ ਤਿਆਗੋ। ਇਹਦੇ ਵਿੱਚ ਸਾਨੂੰ ਆਪਣਾ ਮਾਣ, ਘਮੰਡ, ਫੋਕੀ ਜਿਹੜੀ ਅਣਖ ਹੈ ਉਸ ਨੂੰ ਤਿਆਗਣ ਦਾ ਸੰਦੇਸ਼ ਦਿੱਤਾ ਗਿਆ ਹੈ। ਕਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਭਾਵਾਂ 'ਤੇ ਕੰਟਰੋਲ ਕਰਕੇ ਉਹਨਾਂ ਨੂੰ ਆਪਣੇ ਨਿਰੰਤਰ ਵਿੱਚ ਕਰਕੇ ਇੱਕ ਜਿਹੜਾ ਵਧੀਆ ਗੁਰਮੁਖ ਵਾਲਾ ਜੀਵਨ ਹੈ ਜਿਉ ਸਕਦੇ ਹਾਂ, ਉਸ ਦਾ ਸੰਦੇਸ਼ ਦਿੱਤਾ ਗਿਆ। ਆਓ ਪੜ੍ਹਦੇ ਹਾਂ ਆਪਾਂ। ਸਰਲ ਅਰਥਾਂ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ, ਕਿਉਂਕਿ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਇਹ ਬੜਾ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਇਹਨਾਂ ਦੀ ਜਿਹੜੀ ਪ੍ਰਸੰਗ ਸਹਿਤ ਵਿਆਖਿਆ ਹੈ ਉਹ ਕਰਨ ਦੇ ਯੋਗ ਹੋਵੋ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂਤੇ ਅਹਨਿਸ ਭਾਗਿਓ ਰਹਾਓ। ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਸੁਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ, ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ, ਉਸਤਤ ਨਿੰਦਾ ਦੋ ਤਿਆਗੇ, ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਨ। ਤਾਂ ਕੀ ਸਾਨੂੰ ਸੇਧ ਦੇ ਵਿੱਚ ਗੁਰੂ ਸਾਹਿਬ ਦੇ ਰਹੇ ਹੈ? ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਸਾਹਿਬ ਕਹਿ ਰਹੇ ਹੈ ਕਿ ਹੇ ਸੰਤੋ, ਸਾਡੇ ਲਈ ਵੀ ਨਾਲ ਸੰਦੇਸ਼ ਹੁੰਦਾ ਹੈ ਕਿ ਹੇ ਮਨੁੱਖੋ, ਆਪਣੇ ਮਨ ਦਾ ਮਾਨ ਤਿਆਗੋ। ਕਿ ਸਾਨੂੰ ਜਿਹੜਾ ਮਾਣ ਘਮੰਡ ਹੁੰਦਾ, ਜਿਹੜੀ ਮੈਂ ਹੁੰਦੀ ਹੈ ਨਾ, ਜਿਹੜੀ ਮੈਂ ਹੁੰਦੀ ਹੈ, ਉਹਦੇ ਲਈ ਗੁਰੂ ਸਾਹਿਬ ਕਹਿ ਰਹੇ ਕਿ ਆਪਣੇ ਮਨ ਦਾ ਜਿਹੜਾ ਤੁਸੀਂ ਮਾਣ ਹੈ ਪਹਿਲਾਂ ਉਸ ਨੂੰ ਤਿਆਗੋ। ਮੈਂ ਨਾ ਤੂਤੀ ਮਾਰ ਗਵਾਈ ਵਾਲੀ ਗੱਲ ਹੈ ਕਿ ਮੈਂ ਤੂੰ ਵਾਲੀ ਜਿਹੜੀ ਭਾਵਨਾ ਹੈ ਪਹਿਲਾਂ ਉਸ ਨੂੰ ਖਤਮ ਕਰੋ। ਆਪਣੇ ਮਨ ਦਾ ਘਮੰਡ ਤਿਆਗੋ। ਕਾਮ ਕ੍ਰੋਧ ਸੰਗਤ ਦੁਰਜਨ ਕੀ। ਸਾਡੇ ਵਿੱਚ ਜਿਹੜਾ ਮਾਣ ਹੈ ਉਹ ਆਉਂਦਾ ਕਿਉਂ ਹੈ? ਪੈਸਾ ਧੇਲਾ, ਜ਼ਮੀਨ ਜਾਇਦਾਦ, ਜਾਤ ਪਾਤ, ਊਚ ਨੀਚ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਸਾਡੇ ਵਿੱਚ ਮਾਣ ਆਉਂਦਾ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐ ਨਿਸਭਾਗੋ। ਕਿ ਜਿਹੜਾ ਕਾਮ ਕ੍ਰੋਧ ਹੈ, ਸਾਨੂੰ ਕਾਮ ਸਾਡੇ ਸਿਰ ਚੜਿਆ ਹੁੰਦਾ ਹੈ, ਕ੍ਰੋਧ ਸਾਨੂੰ ਚੜ੍ਹਦਾ ਹੈ। ਸੰਗਤ ਦੁਰਜਨ ਕੀ, ਤੇ ਮਾੜੇ ਮਨੁੱਖ ਦੀ ਸੰਗਤ, ਜਿਹੜੀ ਮਾੜੇ ਮਨੁੱਖ ਦੀ ਸੰਗਤ ਅਸੀਂ ਕਰਦੇ ਹਾਂ, ਤਾਂ ਤੇ ਐ ਨਿਸਭਾਗੋ। ਇਹਨਾਂ ਸਭ ਤੋਂ ਸਾਨੂੰ ਦੂਰ ਰਹਿਣਾ ਪਊਗਾ, ਇਹਨਾਂ ਸਭ ਤੋਂ ਸਾਨੂੰ ਦੂਰ ਭੱਜਣਾ ਪਊਗਾ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਕਾਮ ਕ੍ਰੋਧ ਨੂੰ ਛੱਡਣਾ ਪਊਗਾ। ਇਹਦੇ ਤੇ ਸਾਨੂੰ ਆਪਦਾ ਜਿਹੜਾ ਕੰਟਰੋਲ ਹੈ ਉਹ ਕਰਨਾ ਪਊਗਾ। ਮਾੜੇ ਦੀ ਸੰਗਤ ਸਾਨੂੰ ਛੱਡਣੀ ਪਊਗੀ ਤੇ ਅਹਨਿਸ ਭਾਗਿਓ, ਇਹਨਾਂ ਸਭ ਤੋਂ ਸਾਨੂੰ ਦੂਰ ਰਹਿਣਾ ਪਊਗਾ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਮਨੁੱਖ ਜਿਹੜਾ ਪਿਆਰੇ ਵਿਦਿਆਰਥੀਓ, ਉਹਦੇ ਤੇ ਜਿਹੜੇ ਭਾਵ ਆ ਉਹ ਬੜੇ ਹਾਵੀ ਹੁੰਦੇ ਆ। ਅਸੀਂ ਕਈ ਵਾਰ ਦੁਖੀ ਹੁੰਦੇ ਹਾਂ ਤਾਂ ਫਿਰ ਅਸੀਂ ਉਹਨਾਂ ਦੁੱਖਾਂ ਦੇ ਵਿੱਚ ਵਹਿ ਜਾਂਦੇ ਹਾਂ। ਜੇ ਅਸੀਂ ਖੁਸ਼ ਹੁੰਦੇ ਹਾਂ ਤਾਂ ਫਿਰ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਫਿਰ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ। ਇੱਕ ਜਿਹੜੀ ਹੰਕਾਰ ਦੀ ਭਾਵਨਾ ਹੈ ਉਹ ਸਾਡੇ ਵਿੱਚ ਆ ਜਾਂਦੀ ਹੈ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਜੇ ਸਾਡੇ ਵਿੱਚ ਐਸੀ ਭਾਵਨਾ ਹੋ ਜਾਵੇ, ਐਡਾ ਸਾਡਾ ਹਿਰਦਾ ਵਿਸ਼ਾਲ ਹੋ ਜਾਵੇ ਕਿ ਅਸੀਂ ਸੁੱਖ ਤੇ ਦੁੱਖ
ਦੋਨਾਂ ਨੂੰ ਅਸੀਂ ਇੱਕੋ ਜਿਹੇ ਜਾਣੀਏ। ਜੇ ਦੁੱਖ ਆ ਗਿਆ ਤਾਂ ਵੀ ਅਸੀਂ ਕਹੀਏ ਕਿ ਇਹ ਵੀ ਗੁਰੂ ਦਾ ਭਾਣਾ ਹੈ, ਅਤੇ ਜੇ ਸੁੱਖ ਆ ਗਿਆ ਤਾਂ ਵੀ ਅਸੀਂ ਕਹੀਏ ਕਿ ਸਾਨੂੰ ਇਹ ਗੁਰੂ ਦੀ ਬਖਸ਼ਿਸ਼ ਹੈ। ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਹਮੇਸ਼ਾ ਯਾਦ ਰੱਖੋ ਮਾੜੇ ਚੰਗੇ ਸਮੇਂ ਦੇ ਵਿੱਚ ਕਿ ਇਹ ਸਮਾਂ ਨਹੀਂ ਰਹਿਣਾ, ਚੰਗਾ ਵੀ ਨਹੀਂ ਰਹਿਣਾ ਅਤੇ ਮਾੜਾ ਵੀ ਨਹੀਂ ਰਹਿਣਾ। ਉਹੀ ਸਾਨੂੰ ਗੁਰੂ ਸਾਹਿਬ ਇੱਥੇ ਸੰਦੇਸ਼ ਦੇ ਰਹੇ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਅਵਰ ਮਾਣ ਅਪਮਾਨ। ਕਈ ਵਾਰ ਅਸੀਂ ਕਿਤੇ ਬਹੁਤ ਜ਼ਿਆਦਾ ਮਾਣ ਇੱਜ਼ਤ ਮਹਿਸੂਸ ਕਰਦੇ ਹਾਂ, ਉਹ ਮਾਣ ਇੱਜ਼ਤ ਸਾਡੇ ਮਨ ਦੇ ਵਿੱਚ ਇੱਕ ਘਮੰਡ ਪੈਦਾ ਕਰਦਾ ਹੈ, ਅਤੇ ਕਈ ਵਾਰ ਅਸੀਂ ਬਹੁਤ ਅਪਮਾਨ ਜਿਹੜਾ ਹੈ ਉਹ ਮਹਿਸੂਸ ਕਰਦੇ ਹਾਂ, ਅਪਮਾਨਿਤ ਅਸੀਂ ਮਹਿਸੂਸ ਕਰਦੇ ਹਾਂ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਅਵਰ ਮਾਣ ਅਪਮਾਨ। ਕਿ ਸਾਡੇ ਵਿੱਚ ਸਾਡਾ ਹਿਰਦਾ ਇੰਨਾ ਵਿਸ਼ਾਲ ਹੋ ਜਾਏ ਕਿ ਅਸੀਂ ਸੁੱਖ ਅਤੇ ਦੁੱਖ ਉਹਨਾਂ ਨੂੰ ਵੀ ਅਸੀਂ ਇੱਕੋ ਜਿਹੇ ਸਮਝੀਏ, ਸਾਡੇ 'ਤੇ ਉਹ ਬਹੁਤਾ ਅਸਰ ਨਾ ਪਾਉਣ। ਅਤੇ ਮਾਣ ਅਪਮਾਨ, ਜਦੋਂ ਸਾਨੂੰ ਮਾਣ ਮਿਲੇ ਅਸੀਂ ਉਦੋਂ ਵੀ ਸ਼ਾਂਤ ਰਹੀਏ, ਜੇ ਸਾਨੂੰ ਕਿਤੇ ਅਪਮਾਨ ਝੱਲਣਾ ਪਵੇ ਉਦੋਂ ਵੀ ਅਸੀਂ ਸ਼ਾਂਤ ਰਹੀਏ ਅਤੇ ਦੇਖੀਏ ਕਿ ਕਿਤੇ ਸਾਡੀਆਂ ਗਲਤੀਆਂ ਕਾਰਨ ਤਾਂ ਨਹੀਂ ਵਾਪਰ ਰਿਹਾ। ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਣ। ਹੁਣ ਸਾਨੂੰ ਗੁੱਸਾ ਵੀ ਆਉਂਦਾ, ਸਾਡੇ 'ਤੇ ਖੁਸ਼ੀ ਵੀ ਆਉਂਦੀ ਹੈ। ਹਰਖ ਸੋਗ ਤੇ ਰਹੇ ਅਤੀਤਾ, ਇਹ ਚੀਜ਼ਾਂ ਸਾਡੇ 'ਤੇ ਵਾਪਰਦੀਆਂ ਰਹਿੰਦੀਆਂ। ਹਰਖ ਸੋਗ ਜਿਹੜਾ ਸਾਡੇ 'ਤੇ ਖੁਸ਼ੀ, ਗੁੱਸਾ ਜਿਹੜਾ ਸੋਗ ਦੁੱਖ ਹੈ ਉਹ ਵੀ ਸਾਡੇ 'ਤੇ ਵਾਪਰਦਾ ਰਹਿੰਦਾ ਹੈ। ਪਰ ਅਸੀਂ ਜੇ ਇਹਨਾਂ 'ਤੇ ਆਪਦਾ ਜਿਹੜਾ ਪ੍ਰਭਾਵ ਹੈ, ਆਪਦੇ ਮਨ 'ਤੇ ਜਿਹੜਾ ਪ੍ਰਭਾਵ ਪੈਣਾ, ਜੇ ਅਸੀਂ ਉਹਦੇ ਤੋਂ ਮੁਕਤ ਹੋ ਜਾਈਏ, ਅਤੀਤਾ ਤਿੰਨ ਜਗ ਤਤ ਪਛਾਣਾ, ਤਾਂ ਉਸਨੇ ਸਮਝ ਲਓ ਕਿ ਜਿਹੜਾ ਜੱਗ ਦਾ ਸਾਰਾ ਪ੍ਰਬੰਧ ਹੈ, ਪਰਮਾਤਮਾ ਦਾ ਜਿਹੜਾ ਸਾਰਾ ਸਿਸਟਮ ਹੈ, ਉਸ ਨੂੰ ਉਸਨੇ ਸਮਝ ਲਿਆ। ਜਿਸ ਨੇ ਜਾਣ ਲਿਆ ਕਿ ਗੁੱਸਾ ਵੀ ਉਹਦੀ ਰੂਹ ਨੂੰ ਮਾਰੂਗਾ ਅਤੇ ਖੁਸ਼ੀ ਉਹਦੀ ਰੂਹ ਦੇ ਵਿੱਚ ਹੰਕਾਰ ਪੈਦਾ ਕਰ ਸਕਦੀ ਹੈ, ਤਾਂ ਸਮਝ ਲਓ ਕਿ ਉਸਨੇ ਪਰਮਾਤਮਾ ਦੇ ਨੇੜੇ ਹੋਣ ਦਾ ਜਿਹੜਾ ਪਹਿਲਾ ਰਾਹ ਹੈ, ਕਦਮ ਹੈ, ਉਹ ਪੱਟ ਲਿਆ। ਉਸਤਤ ਨਿੰਦਾ ਦੋਏ ਤਿਆਗੇ। ਫਿਰ ਅੱਗੇ ਸਾਨੂੰ ਗੁਰੂ ਸਾਹਿਬ ਉਪਦੇਸ਼ ਦੇ ਰਹੇ ਹੈ ਕਿ ਅਸੀਂ ਉਸਤਤ ਅਤੇ ਨਿੰਦਾ ਤਿਆਗਣੀ ਹੈ। ਆਮ ਮਨੁੱਖ ਕੀ ਕਰਦੇ ਆ, ਉਹ ਕਿਤੇ ਬੈਠ ਜਾਂਦੇ ਹੈ ਤਾਂ ਕਿਸੇ ਦੀ ਉਸਤਤ ਕਰਨ ਲੱਗ ਜਾਂਦੇ ਆ, ਬਹੁਤ ਸਾਰੀਆਂ ਉਹਦੀਆਂ ਵਡਿਆਈਆਂ ਕਰਨ ਲੱਗ ਜਾਂਦੇ ਹੈ। ਫਿਰ ਇੱਕ ਸਮਾਂ ਆਉਂਦਾ ਜਦੋਂ ਉਹਦੇ ਨਾਲ ਸਾਡਾ ਵਿਹਾਰ ਚੰਗਾ ਨਹੀਂ ਰਹਿੰਦਾ, ਫਿਰ ਅਸੀਂ ਉਸੇ ਦੀ ਨਿੰਦਿਆ ਕਰਦੇ ਹਾਂ। ਤਾਂ ਉਸਤਤ ਨਿੰਦਿਆ ਦੋਏ ਤਿਆਗੇ, ਖੋਜੇ ਪਦ ਨਿਰਬਨ। ਅਸੀਂ ਉਸਤਤ ਅਤੇ ਨਿੰਦਾ ਤਿਆਗਣੀ ਹੈ। ਇਹ ਤਿਆਗ ਕੇ ਹੀ ਅਸੀਂ ਜਿਹੜਾ ਸੱਚ ਦਾ ਮਾਰਗ ਹੈ ਅਸੀਂ ਉਸ ਨੂੰ ਖੋਜ ਸਕਦੇ ਹਾਂ, ਅਸੀਂ ਸੱਚ ਦੇ ਮਾਰਗ 'ਤੇ ਚੱਲ ਸਕਦੇ ਹਾਂ। ਕਿਉਂਕਿ ਉਸਤਤ ਅਤੇ ਨਿੰਦਾ ਜਿਹੜੀ ਹੈ ਉਹ ਸਾਡੀ ਹਸਤੀ ਨੂੰ ਥੱਲੇ ਲੈ ਕੇ ਜਾਂਦੀ ਹੈ, ਚਾਹੇ ਉਹ ਕਿਸੇ ਦੀ ਚੰਗੀ ਅਸੀਂ ਕਰੀਏ, ਚਾਹੇ ਅਸੀਂ ਕਿਸੇ ਦੀ ਮਾੜੀ ਕਰੀਏ। ਜਨ ਨਾਨਕ ਇਹ ਖੇਲ ਕਟਨ ਹੈ, ਕਿਨਹੂ ਗੁਰਮੁਖ ਜਨ। ਪਰ ਜਿਹੜੀ ਇਹ ਗੱਲਬਾਤ ਗੁਰੂ ਸਾਹਿਬ ਕਰ ਰਹੇ ਹੈ, ਉਹ ਗੁਰੂ ਸਾਹਿਬ ਖੁਦ ਹੀ ਕਹਿ ਰਹੇ ਹੈ ਕਿ ਇਹ ਕਰਨਾ ਸੌਖਾ ਨਹੀਂ ਹੈ, ਕਿਉਂਕਿ ਜੀਵ ਜਿਹੜਾ ਹੈ ਉਹ ਮਾਇਆ ਦੇ ਚੱਕਰਾਂ ਦੇ ਵਿੱਚ ਫਸਿਆ ਹੋਇਆ ਹੈ, ਅਤੇ ਸਾਰੀ ਮਾਇਆ ਹੀ ਇਹ ਸੰਸਾਰ ਦੀਆਂ ਖੇਡਾਂ ਨੂੰ ਖਿਡਾ ਰਹੀ ਹੈ। ਅਤੇ ਅਸੀਂ ਕੁਝ ਐਸਾ ਕਰਨਾ ਹੈ ਜਿਸ ਨਾਲ ਅਸੀਂ ਇਸ ਮਾਇਆ ਦੇ ਖੇਡ ਵਿੱਚੋਂ ਨਿਕਲ ਸਕੇ। ਪਰ ਇਹ ਖੇਲ ਕਠਿਨ ਹੈ, ਇਹ ਖੇਲ ਕਠਿਨ ਹੈ, ਇੰਨਾ ਸੌਖਾ ਨਹੀਂ ਜਿੰਨਾ ਇਹ ਕਹਿਣਾ ਸੌਖਾ ਲੱਗਦਾ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਨ। ਜਿਹੜੇ ਗੁਰੂ ਨਾਲ ਆਪਦਾ ਮਨ ਜੋੜ ਕੇ ਰੱਖਦੇ ਹੈ ਉਹੀ ਲੋਕ ਇਸ ਖੇਡ ਨੂੰ ਸਮਝ ਸਕਦੇ ਹੈ ਅਤੇ ਇਸ ਮਾਇਆ ਜਾਲ ਦੇ ਵਿੱਚੋਂ ਨਿਕਲ ਸਕਦੇ। ਅਤੇ ਇਹ ਸੀ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ, ਸਾਧੋ ਮਨ ਕਾ ਮਾਨ ਤਿਆਗੋ। ਕਿ ਸਾਧੋ ਆਪਣੇ ਮਨ ਦਾ ਤੁਸੀਂ ਜਿਹੜਾ ਮਾਣ ਭਰਿਆ ਹੋਇਆ, ਘਮੰਡ ਭਰਿਆ ਹੋਇਆ, ਉਸ ਨੂੰ ਤੁਸੀਂ ਤਿਆਗੋ, ਫਿਰ ਹੀ ਅਸੀਂ ਜਿਹੜੇ ਚੰਗੇ ਮਨੁੱਖ ਹੋ ਅਸੀਂ ਬਣ ਸਕਦੇ ਹਾਂ। ਆਓ ਥੋੜ੍ਹਾ ਜਿਹਾ ਆਪਾਂ ਹੁਣ ਇਸ ਕਵਿਤਾ ਦੇ ਕੇਂਦਰੀ ਭਾਵ 'ਤੇ ਵੀ ਨਜ਼ਰ ਮਾਰ ਲੈਂਦੇ ਹਾਂ। ਕੇਂਦਰੀ ਭਾਵ ਆ ਸਾਡੇ ਕੋਲੇ, ਸਾਧੋ ਮਨ ਕਾ ਮਾਨ ਤਿਆਗੋ। ਜੀਵ ਨੂੰ ਹੰਕਾਰ, ਕਾਮ ਕ੍ਰੋਧ ਨੂੰ ਤਿਆਗ ਕੇ ਸੁੱਖ ਦੁੱਖ, ਆਦਰ ਨਿਰਾਦਰ ਅਤੇ ਖੁਸ਼ਾਮਦ ਨਿੰਦਿਆ ਤੋਂ ਨਿਰਲੇਪ ਰਹਿ ਕੇ ਉਸ ਅਵਸਥਾ ਦੀ ਭਾਲ ਕਰਨੀ ਚਾਹੀਦੀ ਹੈ ਜਿੱਥੇ ਕੋਈ ਵਾਸਨਾ ਪਹੁੰਚ ਨਹੀਂ ਸਕਦੀ, ਜਿੱਥੇ ਕੋਈ ਵਾਸਨਾ ਪਹੁੰਚ ਨਹੀਂ ਸਕਦੀ। ਪਰ ਇਹ ਖੇਡ ਗੁਰੂ ਦੀ ਸ਼ਰਨ ਪੈ ਕੇ ਹੀ ਖੇਡੀ ਜਾ ਸਕਦੀ ਹੈ। ਪਿਆਰੇ ਵਿਦਿਆਰਥੀਓ, ਕੇਂਦਰੀ ਭਾਵ ਦੇ ਵਿੱਚ ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਹੁੰਦਾ ਕਿ ਉਸ ਵਿੱਚ ਤੁਸੀਂ ਕਿਤੇ
ਕਵੀ ਦਾ ਨਾਮ ਨਹੀਂ ਲਿਖਣਾ, ਕਿਤੇ ਤੁਸੀਂ ਲੇਖਕ ਦਾ ਨਾਮ ਨਹੀਂ ਲਿਖਣਾ, ਤੇ ਕਿਤੇ ਵੀ ਤੁਸੀਂ ਉਹਦੇ ਵਿੱਚ ਉਸ ਸ਼ਬਦ ਦਾ ਜਾਂ ਉਸ ਕਵਿਤਾ ਦਾ ਨਾਮ ਨਹੀਂ ਲਿਖਣਾ ਹੁੰਦਾ। ਜੋ ਭਾਵ ਨੂੰ ਲੈ ਕੇ ਉਹ ਕਵਿਤਾ ਲਿਖੀ ਗਈ ਹੈ, ਤੁਸੀਂ ਸਿਰਫ ਉਹੀ ਭਾਵ ਪ੍ਰਗਟ ਕਰਨਾ ਹੁੰਦਾ। ਹੁਣ ਜਿਵੇਂ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ ਸੀ, ਉਸੇ ਨੂੰ ਹੀ ਸੰਖੇਪ ਕਰਕੇ ਇੱਥੇ ਪ੍ਰਗਟ ਕੀਤਾ ਗਿਆ ਹੈ। ਇਹ ਕੇਂਦਰੀ ਭਾਵ ਲਿਖਣ ਲੱਗੇ ਤੁਸੀਂ ਧਿਆਨ ਰੱਖਣਾ, ਤਾਂ ਹੀ ਤੁਸੀਂ ਵਧੀਆ ਨੰਬਰ ਲੈ ਸਕਦੇ ਹੋ। ਆਓ ਹੁਣ ਆਪਾਂ ਗੁਰੂ ਸਾਹਿਬ ਦਾ ਜਿਹੜਾ ਦੂਸਰਾ ਸ਼ਬਦ ਹੈ ਉਸ ਨੂੰ ਪੜ੍ਹਦੇ ਹਾਂ। ਦੂਸਰਾ ਸ਼ਬਦ ਪਿਆਰੇ ਵਿਦਿਆਰਥੀਓ ਸਾਡੇ ਕੋਲ ਹੈ, ਇਹ ਜਗ ਮਤ ਨਾ ਦੇਖਿਓ ਕੋਈ, ਕਿ ਇਸ ਜੱਗ ਦੇ ਵਿੱਚ ਕੋਈ ਐਸਾ ਨਹੀਂ ਦੇਖਿਆ। ਕੈਸਾ ਨਹੀਂ ਦੇਖਿਆ, ਇਹ ਤਾਂ ਹੁਣ ਆਪਾਂ ਨੂੰ ਸ਼ਬਦ ਪੜ੍ਹ ਕੇ ਪਤਾ ਲੱਗਣਾ ਹੈ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਜਬ ਹੀ ਨਿਰਤਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਕहियो कहाँ या मन बौरे, कऊ इनस्यो न्यो लगायो। दीना नाथ शकल है भंजन, जस ताक्यो बिसरायो। सुआन पूछ ज्यों भयो न सुधू, बहुत जतन मैं कीन्यो। नानक लाज बिरद की राखे, नाम तुहारी ਲੀਨੀ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਸੰਦੇਸ਼ ਦਿੱਤਾ ਪਿਆਰੇ ਵਿਦਿਆਰਥੀਓ, ਕਿ ਜੇ ਅਸੀਂ ਇਸ ਸੰਸਾਰ ਦੇ ਵਿੱਚ ਦੇਖੀਏ ਤਾਂ ਕੋਈ ਵੀ ਮਨੁੱਖ ਦਾ ਆਪਣਾ ਇੰਨੇ ਨੇੜੇ ਦਾ ਨਹੀਂ ਹੈ ਜਿੰਨਾ ਅਸੀਂ ਸਮਝ ਲੈਂਦੇ ਹਾਂ। ਜੇ ਮਨੁੱਖ ਦਾ ਇਸ ਸੰਸਾਰ ਦੇ ਵਿੱਚ ਕੋਈ ਹੈ ਤਾਂ ਉਹ ਸਿਰਫ ਪਰਮਾਤਮਾ ਹੀ ਹੈ। ਆਓ ਹੁਣ ਆਪਾਂ ਸ਼ਬਦ ਨੂੰ ਅਰਥਾਂ ਸਮੇਤ ਪੜ੍ਹਦੇ ਹਾਂ। ਇਹ ਜਗ ਮੀਤ ਨਾ ਦੇਖਿਓ ਕੋਈ। ਗੁਰੂ ਸਾਹਿਬ ਕਹਿ ਰਹੇ ਹੈ ਕਿ ਇਸ ਸੰਸਾਰ ਦੇ ਵਿੱਚ, ਇਸ ਜੱਗ ਦੇ ਵਿੱਚ ਮੈਂ ਕੋਈ ਐਸਾ ਮੀਤ ਨਹੀਂ ਦੇਖਿਆ, ਪਿਆਰਾ ਸੰਗੀ ਸਾਥੀ ਨਹੀਂ ਦੇਖਿਆ ਜਿਹੜਾ ਹਮੇਸ਼ਾ ਤੁਹਾਡੇ ਨਾਲ ਰਹਿ ਸਕੇ। ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਜਿਹੜਾ ਸਾਰਾ ਸੰਸਾਰ ਹੈ ਉਹ ਆਪਣੇ ਦੁੱਖਾਂ ਸੁੱਖਾਂ ਦੇ ਵਿੱਚ ਹੀ ਫਸਿਆ ਹੋਇਆ ਹੈ ਤੇ ਕੋਈ ਕਿਸੇ ਦਾ ਸਾਥੀ ਨਹੀਂ ਹੈ। ਸਗਲ ਜਗਤ ਆਪਣੇ ਸੁਖ ਲਾਗਿਓ, ਸਾਰਾ ਸੰਸਾਰ ਆਪਣੇ ਸੁੱਖਾਂ ਦੁੱਖਾਂ ਦੇ ਵਿੱਚ ਹੀ ਫਸਿਆ ਹੋਇਆ। ਦੁੱਖ ਮੈਂ ਸੰਗ ਨਾ ਕੋਈ। ਸੁੱਖ ਵੇਲੇ ਲੋਕ ਤੁਹਾਡੇ ਨਾਲ ਆ ਜਾਣਗੇ, ਤੁਹਾਡੇ ਚੰਗੇ ਵੇਲੇ ਤੁਹਾਡੇ ਨਾਲ ਖੜ ਜਾਣਗੇ। ਦੁੱਖ ਮੈਂ ਸੰਗ ਨਾ ਹੋਏ, ਪਰ ਦੁੱਖ ਵੇਲੇ ਤੁਹਾਡੇ ਨਾਲ ਕੋਈ ਨਹੀਂ ਖੜਦਾ, ਉਦੋਂ ਤੁਸੀਂ ਇਕੱਲੇ ਹੀ ਰਹਿ ਜਾਂਦੇ ਹੋ। ਦਾਰਾ ਮੀਤ ਪੂਤ ਸੰਬੰਧੀ, ਇੱਥੇ ਰਿਸ਼ਤੇ ਗਿਨਾਰੇ ਹੈ। ਦਾਰਾ ਇਸਤਰੀ ਨੂੰ ਕਿਹਾ ਗਿਆ, ਮੀਤ ਮਿੱਤਰ, ਪੂਤ ਪੁੱਤਰ, ਸੰਬੰਧੀ ਸਾਡੇ ਸੰਬੰਧੀ ਰਿਸ਼ਤੇਦਾਰ ਵਗੈਰਾ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਇਹ ਸਾਰੇ ਜੇ ਤੁਹਾਡੇ ਨਾਲ ਜੁੜੇ ਹੋਏ ਹੈ ਤਾਂ ਇਹ ਧਨ ਕਰਕੇ ਜੁੜੇ ਹੋਏ ਹੈ, ਪਦਾਰਥਾਂ ਕਰਕੇ ਜੁੜੇ ਹੋਏ ਹੈ, ਜ਼ਮੀਨ ਜਾਇਦਾਦ ਕਰਕੇ ਜੁੜੇ ਹੋਏ ਹੈ। ਜਦੋਂ ਇਹਨਾਂ ਦੀ ਕਮੀ ਆਉਂਦੀ ਹੈ ਤਾਂ ਇਹਨਾਂ ਨੇ ਜਿਹੜਾ ਤੁਹਾਡਾ ਸਾਥ ਹੈ ਉਹ ਸਾਰਾ ਛੱਡ ਜਾਣਾ। ਦਾਰਾ ਮੀਤ ਪੂਤ ਸੰਬੰਧੀ, ਔਰਤ ਮਿੱਤਰ ਪੁੱਤਰ ਸਾਕ ਸੰਬੰਧੀ ਸਾਰੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਹੈ, ਇਹ ਸਿਰਫ ਮਾਇਆ ਕਰਕੇ, ਧਨ ਕਰਕੇ, ਦੌਲਤ ਜ਼ਮੀਨ ਜਾਇਦਾਦ ਕਰਕੇ ਹੀ ਜੁੜੇ ਹੋਏ ਹੈ। ਜਬ ਹੀ ਨਿਰਦਨ ਦੇਖਿਓ ਨਰਕੋ, ਜਬ ਹੀ ਨਿਰਤਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਜਦੋਂ ਹੀ ਉਹਨਾਂ ਨੇ ਦੇਖਿਆ ਕਿ ਤੁਸੀਂ ਨਿਰਧਨ ਹੋ ਗਏ, ਤੁਹਾਡੇ ਕੋਲੇ ਕੋਈ ਧਨ ਨਹੀਂ, ਜ਼ਮੀਨ ਜਾਇਦਾਦ ਹੈ ਨਹੀਂ ਗੀ, ਦੁਨਿਆਵੀ ਚੀਜ਼ਾਂ ਤੋਂ ਆਪਣਾ ਤੁਸੀਂ ਹੱਕ ਗਵਾ ਲਿਆ, ਸੰਗ ਛਾੜ ਸਭ ਭਾਗੇ। ਸਾਰਿਆਂ ਨੇ ਤੁਹਾਡਾ ਸੰਗ ਸਾਥ ਛੱਡ ਕੇ ਭੱਜ ਜਾਣਾ, ਉਹਨਾਂ ਨੇ ਨਿਕਲ ਜਾਣਾ। ਤਾਂ ਅਸਲ ਦੇ ਵਿੱਚ ਗੁਰੂ ਸਾਹਿਬ ਸਾਨੂੰ ਇੱਥੇ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਜੇ ਸਾਡੇ ਨਾਲ ਕੋਈ ਵੀ ਜੁੜਿਆ ਹੋਇਆ ਹੈ, ਦੁਨੀਆ ਜੁੜੀ ਹੋਈ ਹੈ, ਲੋਕ ਜੁੜੇ ਹੋਏ ਹੈ, ਉਹ ਇਸੇ ਕਰਕੇ ਜੁੜੇ ਹੋਏ ਹੈ ਕਿਉਂਕਿ ਅਸੀਂ ਪਦਾਰਥਾਂ ਦੇ ਮਾਲਕਾਂ, ਤੇ ਇਹ ਦੁਨੀਆ ਪਦਾਰਥਾਂ ਦੇ ਆਧਾਰ ਤੇ ਚੱਲਦੀ ਹੈ, ਨਾ ਕਿ ਤੁਹਾਡੀਆਂ ਆਤਮਿਕ ਸਾਂਝਾਂ ਦੇ ਆਧਾਰ ਤੇ ਇਹ ਚੱਲਦੀ ਹੈ। ਕਿਉਂ ਕਿਹਾ ਕਿਉਂ ਕਹਾਂ
या मन बौरे कऊ इनस्यो ने ना लगायो, इनस्यो ने लगायो। गुरु साहब कह रहे कि मैं अपने मन नू समझा के थक चुका है कि क्यों इन्हां चीज़ों के नाल तू आपदा ने लाया होया, स्नेह लाया होया, प्रेम प्यार मोह माया तू क्यों इन्हां चीज़ों नाल रखी हुई है, ਜਦੋਂ ਸਾਨੂੰ पता है कि साढ़े साक संबंधी मित्र दोस्त जो भी है वो सारे ने उदों ने छड्ड जाना है ਜਦੋਂ ਅਸੀਂ ਕੀ ਹੋ ਗਏ, ਨਿਰਧਨ ਹੋ ਗਏ, ਜਦੋਂ ਸਾਡੇ ਕੋਲੇ ਦੁਨਿਆਵੀ ਤੌਰ ਤੇ ਕੁਝ ਵੀ ਨਾ ਰਿਹਾ, ਉਦੋਂ ਇਹਨਾਂ ਸਾਰਿਆਂ ਨੇ ਜਿਹੜਾ ਸਾਡਾ ਸਾਥ ਹੈ ਉਹ ਛੱਡ ਜਾਣਾ ਹੈ। ਮੈਂ ਆਪਣੇ ਮਨ ਨੂੰ ਸਮਝਾ ਕੇ ਕਿਉਂ ਕਿਹਾ ਯਾ ਮਨ ਬੌਰੇ, ਮੈਂ ਆਪਣੇ ਬੌਰੇ ਮਨ ਨੂੰ ਸਮਝਾ ਕੇ ਥੱਕ ਗਿਆ ਕਿ ਤੂੰ ਇਹਨਾਂ ਦੇ ਨਾਲ ਨੇ ਨਾ ਲਾ, ਇਹਨਾਂ ਦੇ ਨਾਲ ਤੂੰ ਨਾ ਜੁੜ। ਪਰ ਮੇਰਾ ਮਨ ਜਿਹੜਾ ਹੈ ਉਹ ਮੇਰੀ ਕੋਈ ਵੀ ਗੱਲ ਨਹੀਂ ਸੁਣਨ ਨੂੰ ਤਿਆਰ ਨਹੀਂ। ਦੀਨਾ ਨਾਥ ਸ਼ਕਲ ਹੈ ਭੰਜਨ, ਦੀਨਾ ਨਾਥ ਸ਼ਕਲ ਹੈ ਭੰਜਨ, ਜਸ ਤਾ ਕਿਉਂ ਬਿਸਰਾਇਓ। ਦੀਨਾਨਾਥ ਦੁਨੀਆ ਨੂੰ ਰੱਖਣ ਵਾਲਾ, ਦੀਨ ਦੁਨੀਆ ਦਾ ਮਾਲਕ ਪਰਮਾਤਮਾ, ਉਸ ਨੂੰ ਅਸੀਂ ਧਿਆਉਣਾ ਹੈ, ਪਰ ਜਸ ਤਾ ਕਿਉਂ ਬਿਸਰਾਇਓ। ਪਰ ਅਸੀਂ ਤਾਂ ਉਸ ਨੂੰ ਵਿਸਾਰ ਦਿੱਤਾ ਹੈ, ਅਸੀਂ ਤਾਂ ਉਸ ਨੂੰ ਅਲੱਗ ਕਰ ਦਿੱਤਾ ਹੈ। ਜੋ ਸਾਡਾ ਰੱਖ ਹੈ, ਜਿਸ ਨੇ ਇਸ ਸੰਸਾਰ ਨੂੰ ਚਲਾ ਰੱਖਿਆ, ਜੋ ਇਸ ਸੰਸਾਰ ਦਾ ਆਧਾਰ ਹੈ, ਉਸ ਨੂੰ ਤਾਂ ਅਸੀਂ ਤਿਆਗ ਦਿੱਤਾ ਹੈ, ਉਸ ਨੂੰ ਅਸੀਂ ਵਿਸਾਰਿਆ ਹੋਇਆ, ਅਸੀਂ ਉਸ ਨੂੰ ਭੁੱਲਿਆ ਹੋਇਆ। ਸੁਆਣ ਪੂਛ ਜਿਉ ਭਇਓ ਨਾ ਸੁਧਿਓ, ਬਹੁਤ ਯਤਨ ਮੈਂ ਕੀਨਿਓ। ਤਾਂ ਗੁਰੂ ਸਾਹਿਬ ਇੱਥੇ ਉਦਾਹਰਨ ਦੇ ਕੇ ਸਾਨੂੰ ਸਮਝਾ ਰਹੇ ਹੈ, ਸੁਆਣ ਪੂਛ ਜਿਉ ਭਇਓ ਨਾ ਸੁਧਿਓ। ਸੁਆਣ ਪੂਛ, ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ। ਕਹਿੰਦੇ ਜਿਵੇਂ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਮੈਂ ਆਪਣੇ ਮਨ ਨੂੰ ਬਹੁਤ ਸਮਝਾਇਆ, ਬਹੁਤ ਇਸ ਨੂੰ ਮੈਂ ਟੋਕ ਕੇ ਰੱਖਿਆ ਕਿ ਜਿਹੜੇ ਸੰਸਾਰਕ ਪਦਾਰਥ ਹੈ ਉਹ ਤੇਰੇ ਨਹੀਂ ਹੈ, ਉਹ ਤੇਰੇ ਨਾਲ ਜਿਹੜੇ ਲੋਕ ਜੁੜੇ ਆ ਉਹ ਇਹਨਾਂ ਸੰਸਾਰਕ ਪਦਾਰਥਾਂ ਕਰਕੇ ਜੁੜੇ ਆ। ਮੈਂ ਆਪਣੇ ਬੌਰੇ ਮਨ ਨੂੰ ਵੀ ਸਮਝਾ ਕੇ ਦੇਖ ਲਿਆ, ਪਰ ਜਿਵੇਂ ਕੁੱਤੇ ਦੀ ਪੂਛ ਕਹਿੰਦੇ ਸਿੱਧੀ ਨਹੀਂ ਹੁੰਦੀ, ਉਵੇਂ ਜਿਹੜਾ ਇਹ ਮਨ ਹੈ ਉਹ ਸਮਝਦਾ ਨਹੀਂ ਤੇ ਖਿੱਚ ਕੇ ਮੈਨੂੰ ਫਿਰ ਉਸੇ ਪਾਸੇ ਲੈ ਕੇ ਜਾਂਦਾ ਹੈ। ਸਵਾਨ ਪੂਛ ਜਿਉ ਭਇਓ ਨਾ ਸੁਧਿਓ, ਬਹੁਤ ਯਤਨ ਮੈਂ ਕੀਨਿਓ। ਮੈਂ ਬਹੁਤ ਯਤਨ ਕਰਕੇ ਦੇਖ ਲਏ, ਪਰ ਜਿਹੜੀ ਇਹ ਕੁੱਤੇ ਦੀ ਪੂਛ ਹੈ ਉਹ ਕਦੇ ਸਿੱਧੀ ਨਹੀਂ ਹੁੰਦੀ। ਉਵੇਂ ਜਿਹੜਾ ਮੇਰਾ ਮਨ ਹੈ ਉਹ ਇਸ ਪਾਸਿਓਂ ਨਹੀਂ ਨਿਕਲ ਰਿਹਾ। ਇਸ ਮਨ ਤੇ ਅਸੀਂ ਕਿਵੇਂ ਕੰਟਰੋਲ ਕਰੀਏ। ਨਾਨਕ ਲਾਜ ਬਿਰਧ ਕੀ ਰਾਖੇ, ਨਾਮ ਤੁਹਾਰਿਓ ਲੀਨੋ। ਇੱਥੇ ਗੁਰੂ ਸਾਹਿਬ ਫਿਰ ਅਖੀਰ ਤੇ ਆ ਕੇ ਪ੍ਰਮਾਤਮਾ ਨੂੰ ਬੇਨਤੀ ਕਰ ਰਿਹਾ, ਨਾਨਕ ਲਾਜ ਬਿਰਧ ਕੀ ਰਾਖੇ, ਕਿ ਹੇ ਪਿਤਾ ਪਰਮਾਤਮਾ, ਤੂੰ ਆਪਣੇ ਸੁਭਾਅ ਦੇ ਅਨੁਸਾਰ ਮੇਰੀ ਲਾਜ ਰੱਖ, ਮੈਨੂੰ ਆਪਣੇ ਨਾਮ ਨਾਲ ਜੋੜ। ਨਾਮ ਤਿਹਾਰੋ ਲੀਨੋ, ਮੈਂ ਤੁਹਾਡੇ ਨਾਮ ਦੇ ਵਿੱਚ ਤੁਹਾਡੀ ਕਿਰਪਾ ਨਾਲ ਹੀ ਲੀਨ ਹੋ ਸਕਦਾ ਹਾਂ। ਅਖੀਰ ਤੇ ਫਿਰ ਗੁਰੂ ਸਾਹਿਬ ਕਹਿ ਰਹੇ ਕਿ ਮੇਰਾ ਜਿਹੜਾ ਮਨ ਹੈ ਉਹਨੂੰ ਮੈਂ ਬੜਾ ਸਮਝਾ ਕੇ ਦੇਖ ਲਿਆ। ਦੁਨੀਆ ਨੂੰ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਗੁਰੂ ਸਾਹਿਬ ਨੇ ਸਮਝਾ ਕੇ ਦੇਖ ਲਿਆ, ਪਰ ਜਿਹੜਾ ਮਨ ਹੈ ਉਹ ਸਮਝਦਾ ਨਹੀਂ ਹੈ। ਤਾਂ ਨਾਨਕ ਲਾਜ ਬਿਰਧ ਕੀ ਰੱਖੋ, ਹੇ ਪਿਤਾ ਪਰਮਾਤਮਾ, ਹੁਣ ਤੁਸੀਂ ਆਪਣੇ ਸੁਭਾਅ ਦੇ ਅਨੁਸਾਰ ਹੀ ਮੇਰੀ ਕੀਤੀ ਹੋਈ ਦਾ ਜਿਹੜਾ ਫਲ ਹੈ ਉਹ ਮੈਨੂੰ ਦਿਓ। ਮੇਰੀ ਲਾਜ ਤੁਸੀਂ ਰੱਖੋ, ਮੈਨੂੰ ਨਾਮ ਵਾਲੇ ਪਾਸੇ ਜੋੜੋ, ਤੇ ਤੁਹਾਡੀ ਕਿਰਪਾ ਦੇ ਨਾਲ ਹੀ ਮੈਂ ਤੁਹਾਡੇ ਨਾਮ ਦੇ ਵਿੱਚ ਲੀਨ ਹੋ ਸਕਦਾ ਹਾਂ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਸਾਡੇ ਕੋਲੇ ਸ਼ਬਦ, ਇਹ ਜਗ ਮੀਤ ਨਾ ਦੇਖਿਓ ਕੋਈ। ਕਿ ਇਸ ਜੱਗ ਦੇ ਵਿੱਚ ਅਸੀਂ ਕਿਸੇ ਨੂੰ ਮਿੱਤ ਨਹੀਂ ਦੇਖਦੇ। ਜੇ ਇਨਸਾਨ ਦਾ ਕੋਈ ਮਿੱਤ ਹੈ ਤਾਂ ਉਹ ਰੱਬ ਦਾ ਨਾਮ ਹੀ ਮਿੱਤ ਹੈ। ਆਓ ਹੁਣ ਇਸ ਸ਼ਬਦ ਦਾ ਵੀ ਆਪਾਂ ਜਿਹੜਾ ਕੇਂਦਰੀ ਭਾਵ ਹੈ ਉਸ 'ਤੇ ਇੱਕ ਸਰਸਰੀ ਜਿਹੀ ਨਜ਼ਰ ਪਾ ਲੈਂਦੇ ਹਾਂ। ਕੇਂਦਰੀ ਭਾਵ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਕੇਂਦਰੀ ਭਾਵ ਨੂੰ ਬਾਹਲਾ ਲੰਬਾ ਚੌੜਾ ਕਰਕੇ ਆਪਾਂ ਲਿਖਣਾ ਨਹੀਂ ਹੁੰਦਾ। ਸਿਰਫ ਜੋ ਮੁੱਖ ਭਾਵ ਕਿਸੇ ਸ਼ਬਦ ਦੇ ਵਿੱਚ, ਕਿਸੇ ਗੀਤ ਕਹਾਣੀ ਕਥਾ ਦੇ ਵਿੱਚ ਆਇਆ, ਅਸੀਂ ਉਸੇ ਨੂੰ ਹੀ ਪ੍ਰਗਟ ਕਰਨਾ ਹੁੰਦਾ ਹੈ। ਤਾਂ ਇਸ ਸਾਰੇ ਸ਼ਬਦ ਦਾ ਕੀ ਭਾਵ ਸੀਗਾ ਕਿ ਮਨੁੱਖ ਦਾ ਜਿਹੜਾ ਮਨ ਹੈ ਉਹਨੂੰ ਕੱਚੀਆਂ ਚੀਜ਼ਾਂ ਨਾਲ ਜੋੜ ਕੇ ਪਰਮਾਤਮਾ ਵੱਲ ਲਾਉਣਾ। ਉਹੀ ਚੀਜ਼ ਇਸ ਕੇਂਦਰੀ ਭਾਵ ਦੇ ਵਿੱਚ ਕਹੀ ਗਈ ਹੈ। ਇਹ ਜਗ ਮੀਤ ਨਾ ਦੇਖਿਓ ਕੋਈ, ਮਨੁੱਖੀ ਮਨ ਸੰਸਾਰ ਦੇ ਕੱਚੇ ਸਾਥੀਆਂ ਨਾਲ ਪ੍ਰੀਤ ਪਾਈ ਰੱਖਦਾ ਹੈ। ਮਨੁੱਖੀ ਮਨ
ਸੰਸਾਰ ਦੇ ਕੱਚੇ ਸਾਥੀਆਂ ਨਾਲ ਪ੍ਰੀਤ ਪਾਈ ਰੱਖਦਾ ਹੈ, ਪਰ ਸਦਾ ਥਿਰ ਪ੍ਰਭੂ ਦੀ ਪ੍ਰੀਤ ਵੱਲੋਂ ਬੇਪਰਵਾਹ ਰਹਿੰਦਾ ਹੈ। ਹੁਣ ਉਹੀ ਜਿਹੜਾ ਵਿਚਾਰ ਸੀਗਾ ਉਸਨੂੰ ਸੰਖੇਪ ਕਰਕੇ ਲਿਖਿਆ ਗਿਆ ਹੈ, ਤੇ ਇਸੇ ਨੂੰ ਹੀ ਪਿਆਰੇ ਵਿਦਿਆਰਥੀਓ ਕੇਂਦਰੀ ਭਾਵ ਕਿਹਾ ਜਾਂਦਾ। ਇਹਨੂੰ ਬੜਾ ਲੰਬਾ ਚੌੜਾ ਨਹੀਂ ਲਿਖਣਾ ਹੁੰਦਾ। ਤੁਸੀਂ ਇਹਦੇ ਵਿੱਚ ਲੇਖਕ ਦਾ ਨਾਮ ਨਹੀਂ ਲਿਖਣਾ, ਤੁਸੀਂ ਇਹਦੇ ਵਿੱਚ ਸ਼ਬਦ ਦਾ ਨਾਮ ਦੁਬਾਰਾ ਨਹੀਂ ਲਿਖਣਾ। ਸਿੱਧਾ ਬਾ ਜਿਹੜਾ ਕੇਂਦਰੀ ਭਾਵ ਉਹਨੂੰ ਸਿੱਧਾ ਹੀ ਸ਼ੁਰੂ ਕਰਨਾ ਹੈ, ਸਿੱਧਾ ਹੀ ਖਤਮ ਕਰਨਾ ਹੈ। 3-4 ਲਾਈਨਾਂ ਦੇ ਵਿੱਚ ਇਹ ਕਾਫੀ ਹੁੰਦਾ ਹੈ। 5-7 ਜਿਹੜੇ ਵਾਕ ਹੈ ਉਹਨੇ ਕਾਫੀ ਹੁੰਦੇ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ 2 ਸ਼ਬਦ ਆਪਾਂ ਪੜ੍ਹੇ। ਦੋਨਾਂ ਸ਼ਬਦਾਂ ਦੀ ਆਪਾਂ ਵਿਆਖਿਆ ਵੀ ਕੀਤੀ, ਨਾਲ ਆਪਾਂ ਕੇਂਦਰੀ ਭਾਵ ਵੀ ਉਹਦੇ ਪੜ੍ਹੇ ਹੈ। ਆਓ ਹੁਣ ਥੋੜ੍ਹੇ ਜਿਹੇ ਨਿੱਕੇ ਪ੍ਰਸ਼ਨ ਕਈ ਵਾਰ ਆ ਜਾਂਦੇ ਆ, ਆਪਾਂ ਉਹਨਾਂ ਵੱਲ ਧਿਆਨ ਮਾਰ ਲਈਏ। ਪਹਿਲਾ ਪ੍ਰਸ਼ਨ ਸਾਡੇ ਕੋਲ ਜੋ ਹੈ, ਗੁਰੂ ਤੇਗ ਬਹਾਦਰ ਜੀ ਕਿਹੜੀਆਂ ਬੁਰਾਈਆਂ ਤਿਆਗਣ ਦੀ ਪ੍ਰੇਰਨਾ ਦਿੰਦੇ ਹਨ? ਹੁਣ ਇਹਨਾਂ ਸ਼ਬਦਾਂ ਦੇ ਵਿੱਚ ਕੁਝ ਕੁ ਬੁਰਾਈਆਂ ਤਿਆਗਣ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ, ਹੈ ਨਾ, ਤੇ ਆਪਾਂ ਗੱਲ ਕਰ ਲਈਏ ਉਹਨਾਂ ਦੀ। ਗੁਰੂ ਸਾਹਿਬ ਨੇ ਸਾਨੂੰ ਕਾਮ, ਕ੍ਰੋਧ ਤੇ ਹੰਕਾਰ ਦਾ ਤਿਆਗ ਕਰਨ, ਤੇ ਆਦਰ ਨਿਰਾਦਰ, ਖੁਸ਼ਾਮਦ ਨਿੰਦਿਆ ਤੇ ਸੁੱਖ ਦੁੱਖ ਤੋਂ ਨਿਰਲੇਪ ਰਹਿਣ ਦੀ ਪ੍ਰੇਰਨਾ ਦਿੰਦੇ। ਦੂਸਰਾ ਸਾਡੇ ਕੋਲੇ ਪ੍ਰਸ਼ਨ ਕਿਹੜਾ ਹੈ ਉਹ ਵੀ ਦੇਖ ਲੈਂਦੇ ਆ। ਕਿਹੜੀ ਬੁਰਾਈ ਨੂੰ ਤਿਆਗ ਕੇ ਨਿਰਧਨ ਪਦ, ਉੱਚੀ ਪਦਵੀ ਪ੍ਰਾਪਤ ਕੀਤੀ ਜਾ ਸਕਦੀ ਹੈ? ਕਿਹੜੀ ਬੁਰਾਈ ਨੂੰ ਤਿਆਗ ਕੇ ਆਪਾਂ ਕਰ ਸਕਦੇ ਹਾਂ? ਗੁਰੂ ਸਾਹਿਬ ਨੇ ਦੱਸਿਆ ਸੀ ਸਾਨੂੰ ਪਹਿਲੇ ਸ਼ਬਦ ਦੇ ਵਿੱਚ, ਉਸਤਤ ਤੇ ਨਿੰਦਿਆ ਦਾ ਤਿਆਗ ਕਰਕੇ, ਹੈ ਨਾ। ਜਿਹੜਾ ਤੀਸਰਾ ਪ੍ਰਸ਼ਨ ਹੈ, ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਕਿਹੜੇ ਰਾਗ ਵਿੱਚ ਅੰਕਿਤ ਹੈ? ਇਹ ਪ੍ਰਸ਼ਨ ਬੜੇ ਮਹੱਤਵਪੂਰਨ ਹੁੰਦੇ ਪਿਆਰੇ ਵਿਦਿਆਰਥੀਓ। ਰਾਗ ਗੌੜੀ ਜਿਹੜਾ ਪਹਿਲਾ ਹੈ ਉਹ ਸਾਧੋ ਮਨ ਕੀ ਮਾਨ ਤਿਆਗੋ, ਸਾਧੋ ਮਨ ਕਾ ਮਾਨ ਤਿਆਗੋ, ਇਹ ਰਾਗ ਗੌੜੀ ਦੇ ਵਿੱਚ ਲਿਖਿਆ ਹੋਇਆ ਹੈ। ਅਤੇ ਦੂਸਰਾ, ਇਹ ਜਗ ਮਿੱਤ ਨਾ ਮੀਤ ਨਾ ਦੇਖਿਓ ਕੋਈ, ਇਹ ਕਾਹਦੇ 'ਚ ਲਿਖਿਆ ਹੋਇਆ ਹੈ? ਇਹ ਸੋਰਠ ਰਾਗ ਦੇ ਵਿੱਚ ਲਿਖਿਆ ਹੋਇਆ ਹੈ। ਇੰਨੇ ਕੁ ਤੁਸੀਂ ਜ਼ਰੂਰ ਯਾਦ ਕਰ ਲਿਆ ਕਰੋ ਇਹਨਾਂ ਚੀਜ਼ਾਂ ਨੂੰ। ਅਗਲਾ ਪ੍ਰਸ਼ਨ ਆਪਾਂ ਦੇਖਦੇ ਹਾਂ, ਗੁਰੂ ਤੇਗ ਬਹਾਦਰ ਜੀ ਕਿਹੜੇ ਕਿਹੜੇ ਰਿਸ਼ਤਿਆਂ ਨੂੰ ਵਿਅਰਥ ਦੱਸਦੇ ਹਨ? ਆਪਾਂ ਕੀਤਾ ਸੀਗਾ ਨਾ ਕਿ ਹਰ ਚੀਜ਼ ਜਿਹੜੀ ਹੈ ਉਹ ਸਾਡੇ ਪੈਸੇ ਕਾਰਨ, ਧਨ ਕਾਰਨ, ਜ਼ਮੀਨ ਜਾਇਦਾਦ ਕਾਰਨ ਸਾਡੇ ਨਾਲ ਜੁੜੀ ਹੋਈ ਹੈ। ਕਿਹੜੇ ਕਿਹੜੇ ਰਿਸ਼ਤੇ ਵਿਅਰਥ ਹੈ? ਦੁਨਿਆਵੀ ਸਾਰੇ ਰਿਸ਼ਤੇ, ਇਸਤਰੀ, ਮਿੱਤਰ, ਪੁੱਤਰ ਤੇ ਰਿਸ਼ਤੇਦਾਰਾਂ ਦੇ ਰਿਸ਼ਤਿਆਂ ਨੂੰ ਗੁਰੂ ਸਾਹਿਬ ਨੇ ਵਿਅਰਥ ਦੱਸਿਆ ਹੈ ਕਿ ਅਸੀਂ ਉਹਨਾਂ ਪਿੱਛੇ ਭੱਜਦੇ ਹਾਂ, ਪਰ ਗੁਰੂ ਵਾਲੇ ਪਾਸਿਓਂ ਅਸੀਂ ਟੁੱਟੇ ਰਹਿੰਦੇ ਹਾਂ। ਦੀਨਾਨਾਥ ਤੋਂ ਕੀ ਭਾਵ ਹੈ? ਦੀਨਾਨਾਥ ਤੋਂ ਭਾਵ ਹੈ ਪਿਆਰੇ ਵਿਦਿਆਰਥੀਓ, ਗਰੀਬਾਂ ਦਾ ਮਾਲਕ ਤੇ ਸਹਾਰਾ। ਤਾਂ ਦੀਨਾਨਾਥ ਤੋਂ ਕੀ ਭਾਵ ਹੈ? ਗਰੀਬਾਂ ਦਾ ਮਾਲਕ ਤੇ ਸਹਾਰਾ, ਮਤਲਬ ਲੋਕਾਂ ਨੂੰ ਰੱਖਣ ਵਾਲਾ। ਗੁਰੂ ਜੀ ਸਵਾਸ ਪੂਛ ਵਾਲੀ ਤੁਕ ਵਿੱਚ ਕੀ ਕਹਿਣਾ ਚਾਹੁੰਦੇ ਹਨ? ਤਾਂ ਗੁਰੂ ਸਾਹਿਬ ਕਹਿ ਰਹੇ ਆ ਕਿ ਜਿਸ ਤਰ੍ਹਾਂ ਜਿਹੜੀ ਕੁੱਤੇ ਦੀ ਪੂਛ ਹੈ ਉਹ ਕਦੇ ਸਿੱਧੀ ਨਹੀਂ ਹੁੰਦੀ, ਉਸੇ ਤਰ੍ਹਾਂ ਜਿਹੜਾ ਮਨੁੱਖ ਦਾ ਮਨ ਹੈ ਉਹ ਵੀ ਹਮੇਸ਼ਾ ਹੀ ਪ੍ਰਮਾਤਮਾ ਵੱਲੋਂ ਬੇਪਰਵਾਹ ਰਹਿੰਦਾ ਹੈ। ਮਤਲਬ ਉਹ ਮੰਨਦਾ ਨਹੀਂ ਹੈ ਵਾਰੀ-ਵਾਰੀ। ਆਪਾਂ ਨੂੰ ਲੱਗਦਾ ਹੈ ਕਿ ਦੁਨਿਆਵੀ ਚੀਜ਼ਾਂ ਜਿਹੜੀਆਂ ਸਾਡੇ ਲਈ ਮਹੱਤਵਪੂਰਨ ਹੈ, ਪਰ ਸਾਡੇ ਲਈ ਅਖੀਰੀ ਜੋ ਚੀਜ਼ ਮਹੱਤਵਪੂਰਨ ਹੁੰਦੀ ਹੈ ਉਹ ਕੀ ਹੁੰਦਾ ਹੈ? ਪ੍ਰਮਾਤਮਾ ਦਾ ਨਾਮ। ਪਰ ਸਾਡਾ ਜਿਹੜਾ ਮਨ ਹੈ ਉਹ ਉਸ ਪਾਸੇ ਨਹੀਂ ਜੁੜਦਾ। ਇਸੇ ਲਈ ਗੁਰੂ ਸਾਹਿਬ ਮਨ ਦੀ ਜਿਹੜੀ ਤੁਲਨਾ ਹੈ ਉਹ ਕੁੱਤੇ ਦੀ ਪੂਛ ਨਾਲ ਕਰ ਰਹੇ ਹੈ। ਅਗਲਾ ਪ੍ਰਸ਼ਨ ਜੋ ਸਾਡੇ ਕੋਲ ਹੈ, ਮਿੱਤਰ ਸੰਬੰਧੀ ਤੇ ਰਿਸ਼ਤੇਦਾਰ ਕਦੋਂ ਸਾਥ ਛੱਡ ਜਾਂਦੇ ਹਨ? ਮਿੱਤਰ ਸੰਬੰਧੀ ਤੇ ਰਿਸ਼ਤੇਦਾਰ ਕਦੋਂ ਸਾਥ ਛੱਡਦੇ ਹੈ? ਉਹ ਸਾਥ ਛੱਡ ਜਾਂਦੇ ਸਾਡੇ ਦੁੱਖਾਂ ਵੇਲੇ। ਜੇ ਦੁੱਖਾਂ ਵੇਲੇ, ਜਾਂ ਜਦੋਂ ਕਹਿੰਦੇ ਕਿ ਸਾਡੇ ਕੋਲੇ ਅਸੀਂ ਨਿਰਧਨ ਹੋ ਜਾਈਏ, ਸਾਡੇ ਕੋਲੇ ਕੋਈ ਧਨ ਨਾ ਬਚੇ, ਜ਼ਮੀਨ ਜਾਇਦਾਦ, ਦੁਨਿਆਵੀ ਜਿਹੜੀ ਚੀਜ਼ ਹੈ, ਜਦੋਂ ਸਾਡੇ ਕੋਲੇ ਉਹ ਨਾ ਬਚੇ, ਉਦੋਂ ਸਾਡਾ ਸਾਥ ਛੱਡ ਜਾਂਦੇ। ਤਾਂ ਪਿਆਰੇ ਵਿਦਿਆਰਥੀਓ, ਇਹ ਅਸੀਂ ਗੁਰੂ ਤੇਗ ਬਹਾਦਰ ਜੀ ਦੇ 2 ਸ਼ਬਦ ਅੱਜ ਪੜ੍ਹੇ ਹੈ। ਉਮੀਦ ਹੈ ਕਿ ਤੁਸੀਂ ਇਸ ਵਿਚਾਰ ਚਰਚਾ ਤੋਂ ਜ਼ਰੂਰ ਫਾਇਦਾ ਉਠਾਓਗੇ ਤੇ ਇਹਨਾਂ ਦੋਨਾਂ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਦੇ ਤੁਸੀਂ ਯੋਗ ਹੋਏ ਹੋਵੋਗੇ। ਇਹਦੇ ਨਾਲ ਤੁਹਾਨੂੰ ਕੇਂਦਰੀ ਭਾਵ ਵੀ ਆਪਾਂ ਪੜ੍ਹੇ ਹੈ, ਥੋੜ੍ਹੇ ਜਿਹੇ ਛੋਟੇ ਪ੍ਰਸ਼ਨ ਵੀ ਪੜ੍ਹੇ ਹੈ। ਬਾਕੀ ਤੁਸੀਂ ਆਪਦੇ ਤੌਰ 'ਤੇ ਅਭਿਆਸ ਜ਼ਰੂਰ ਕਰਨਾ ਹੈ, ਕਿਉਂਕਿ ਜਿਹੜੀ ਤੁਹਾਡੀ ਅਸੈਸਮੈਂਟ ਹੋਣੀ ਹੁੰਦੀ ਹੈ ਉਹ ਪ੍ਰੀਖਿਆ ਦੇ ਆਧਾਰ 'ਤੇ ਹੀ ਹੋਣੀ ਹੁੰਦੀ ਹੈ। ਅਤੇ ਪ੍ਰੀਖਿਆ ਦੇ ਵਿੱਚ ਜੇ ਤੁਸੀਂ ਚੰਗੇ ਨੰਬਰ ਲਓਗੇ ਫਿਰ ਹੀ ਪਤਾ ਲੱਗਦਾ ਕਿ ਤੁਸੀਂ ਕਿਸੇ ਵਿਸ਼ੇ ਦਾ ਤੁਸੀਂ ਚੰਗੀ ਤਰ੍ਹਾਂ ਅਧਿਐਨ ਕੀਤਾ। ਤਾਂ ਮੇਰੇ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।